ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਤੱਕ ਆਪਾਂ 4 ਗੁਰੂ ਸਾਹਿਬਾਨ ਕਰ ਚੁੱਕੇ ਹਾਂ। ਠੀਕ ਹੈ, ਤੁਹਾਨੂੰ ਪਤਾ ਹੈ ਕਿ PSSB ਨੇ ਸਿਲੇਬਸ ਕੱਢਿਆ। ਠੀਕ ਹੈ, PSSB ਨੇ ਸਿਲੇਬਸ ਕੱਢਿਆ ਕਿਹਦੇ ਲਈ? ਸਟੈਨੋ ਦੇ ਲਈ, ਜਿਹਦੇ ਵਿੱਚ ਉਹਨਾਂ ਨੇ ਗੁਰੂ ਸਾਹਿਬਾਨਾਂ ਬਾਰੇ ਪੜ੍ਹਨ ਨੂੰ ਕਿਹਾ। ਸੋ ਆਪਾਂ ਹੌਲੀ ਹੌਲੀ ਸਟੈਪ ਬਾय ਸਟੈਪ ਸਾਰਾ ਕੁਝ ਪੜ੍ਹ ਰਹੇ ਹਾਂ। ਠੀਕ ਹੈ, 4 ਗੁਰੂ ਸਾਹਿਬਾਨ ਆਪਾਂ ਕਰ ਚੁੱਕੇ। ਅੱਜ ਆਪਾਂ ਕੀ ਕਰਾਂਗੇ? 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਪੜਾਂਗੇ। ਇਹ ਲੈਕਚਰ ਮੇਰੇ ਦੁਆਰਾ ਦਿੱਤਾ ਜਾਊਗਾ ਤੇ ਮੇਰਾ ਨਾਮ ਹੈ ਅਮਿਤ। ਚਲੋ ਲੈਕਚਰ ਸਟਾਰਟ ਕਰਦੇ ਹਾਂ। ਅੱਜ ਤੁਹਾਨੂੰ ਪਹਿਲਾਂ ਨਾਲੋਂ ਥੋੜਾ ਜਿਹਾ ਕੁਝ ਫਰਕ ਦਿਖ ਰਿਹਾ ਹੋਣਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਿੱਖਾਂ ਦੇ ਪਹਿਲੇ ਗੁਰੂ 5ਵੇਂ ਗੁਰੂ ਕਿਹੜੇ ਹੋਏ? ਗੁਰੂ ਅਰਜਨ ਦੇਵ ਜੀ ਹੋਏ। ਠੀਕ ਹੈ, ਇਹਨਾਂ ਜਨਮ ਕਦੋਂ ਹੋਇਆ? 15 ਅਪ੍ਰੈਲ 1563 ਈਸਵੀ ਨੂੰ। ਕਿੱਥੇ ਹੋਇਆ ਜੀ? ਗੋਇੰਦਵਾਲ ਵਿਖੇ ਹੋਇਆ। ਇਹਨਾਂ ਦੇ ਪਿਤਾ ਕੌਣ ਸੀ? ਸ਼੍ਰੀ ਗੁਰੂ ਰਾਮਦਾਸ ਜੀ। ਸਿੱਖਾਂ ਜਿਹੜੇ ਚੌਥੇ ਗੁਰੂ ਸੀ ਉਹ ਕੀ ਸੀ? ਇਹਨਾਂ ਦੇ ਪਿਤਾ ਜੀ ਸੀਗੇ। ਠੀਕ ਹੈ, ਇਹ ਸੋਢੀ ਖੱਤਰੀ ਸੀ। ਠੀਕ ਹੈ, ਪੇਪਰ 'ਚ ਆਉਂਦਾ ਹੈ ਕਿ ਜਿਹੜੇ ਸੋਢੀ ਖੱਤਰੀ ਸੀ ਉਹ ਕਿੱਥੋਂ ਗੁਰੂ ਬਣਨੇ ਸ਼ੁਰੂ ਹੋਏ? ਤਾਂ ਸ਼੍ਰੀ ਗੁਰੂ ਰਾਮਦਾਸ ਜੀ ਕੀ ਸੀਗੇ ਜੀ? ਸੋਢੀ ਖੱਤਰੀ ਸੀ। ਇੱਥੋਂ ਜੋ ਸੋਢੀ ਖੱਤਰੀ ਨੇ ਉਹ ਸ਼ੁਰੂ ਹੋਏ। ਠੀਕ ਹੈ, ਤੇ ਇਹਨਾਂ ਦੀ ਮਾਤਾ ਜੀ ਕੌਣ ਸੀ? ਬੀਬੀ ਭਾਨੀ ਜੀ। ਤੁਹਾਨੂੰ ਪਤਾ ਕਿ ਇਹਨਾਂ ਦੀ ਪੁੱਤਰੀ ਸੀ ਇਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ। ਇਹਨਾਂ ਦੀ ਪਤਨੀ ਦਾ ਨਾਮ ਕੀ ਸੀ? ਇਹਨਾਂ ਦੀ ਪਤਨੀ ਦਾ ਨਾਮ ਸੀ ਜੀ ਗੰਗਾ ਦੇਵੀ। ਕਿਹਨਾਂ ਦੀ ਪੁੱਤਰੀ ਸੀ ਇਹ? ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਸੀ। ਠੀਕ ਹੈ ਜੀ, ਦੇਖੋ ਗੁਰੂ ਰਾਮਦਾਸ ਜੀ ਦੇ ਅੱਗੇ 3 ਪੁੱਤਰ ਹੋਏ। ਪ੍ਰਿਥੀ ਚੰਦ, ਠੀਕ ਹੈ ਜੀ, ਮਹਾਦੇਵ, ਹਾਂਜੀ ਰਾਮਦਾਸ ਜੀ ਦੇ ਹੋਏ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ। ਇਹਨਾਂ ਦੇ ਵਿੱਚ ਜੋ ਮਹਾਦੇਵ ਸੀਗੇ, ਮਹਾਦੇਵ ਜੀ ਨੇ ਸਿੱਧਾ ਸਿੱਧਾ ਕਹਿਤਾ ਵੀ ਮੈਨੂੰ ਕੋਈ ਵੀ ਦੁਨੀਆਦਾਰੀ 'ਚ ਦਿਲਚਸਪ ਨਹੀਂ, ਵੀ ਮੈਂ ਇਸ ਚੀਜ਼ ਤੋਂ ਮੁਕਤ ਹਾਂ। ਠੀਕ ਹੈ, ਉਹ ਆਪਣਾ ਸੰਨਿਆਸੀ ਬਣ ਕੇ, ਮਤਲਬ ਉਹਨਾਂ ਨੇ ਆਪਣਾ ਸਧਾਰਨ ਜੀਵਨ ਬਤੀਤ ਕਰਨਾ ਮੰਨ ਲਿਆ। ਜੋ ਗੁਰੂ ਅਰਜਨ ਦੇਵ ਜੀ ਸੀ ਉਹ ਗੁਰੂ ਰਾਮਦਾਸ ਜੀ ਤੇ ਗੁਰੂ ਅਮਰਦਾਸ ਜੀ ਦੇ ਨਾਲ ਬਹੁਤ ਹੀ ਘੁਲੇ ਮਿਲੇ ਹੋਏ ਸੀ। ਉਹਨਾਂ ਨੂੰ ਇਸ ਚੀਜ਼ ਤੇ ਮਤਲਬ ਮਜ਼ਾ ਆਉਂਦਾ ਸੀ, ਰੱਬ ਦੀ ਭਗਤੀ ਕਰਨ 'ਚ, ਜੋ ਵੀ ਸੀਗਾ ਉਹਦਾ ਵਿਚਾਰ ਵਿਮਰਸ਼ ਕਰਨ ਦੇ ਵਿੱਚ ਉਹਨਾਂ ਨੂੰ ਕੀ ਆਉਂਦਾ ਸੀ? ਮਜ਼ਾ ਆਉਂਦਾ ਸੀ। ਪ੍ਰਿਥੀ ਚੰਦ ਵੀ ਵਧੀਆ ਸੀ, ਪਰ ਇਹਨਾਂ ਨੂੰ ਪਤਾ ਲੱਗ ਗਿਆ ਸੀ ਬਚਪਨ ਦੇ ਵਿੱਚ ਹੀ ਕਿ ਗੁਰੂ ਅਰਜਨ ਦੇਵ ਜੀ ਨਾਲ ਗੁਰੂ ਰਾਮਦਾਸ ਜੀ ਦਾ ਬਹੁਤ ਜ਼ਿਆਦਾ ਪਿਆਰ ਹੈ, ਵੀ ਜੋ ਇਹ ਗੱਦੀ ਨੇ ਉਹ ਕਿਹਨੂੰ ਦੇ ਕੇ ਜਾਣਗੇ? ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਜਾਣਗੇ। ਤਾਂ ਕਰਕੇ ਜੋ ਪ੍ਰਿਥੀ ਚੰਦ ਸੀ ਉਹ ਇਹਨਾਂ ਤੋਂ ਬਹੁਤ ਜ਼ਿਆਦਾ ਕੀ ਕਰਨ ਲੱਗ ਗਿਆ ਸੀ? ਜੈਲਸ ਕਰਨ ਲੱਗ ਗਿਆ ਸੀ। ਤੁਹਾਨੂੰ ਪਤਾ ਹੈ ਕਿ ਅਰਜਨ ਦੇਵ ਜੀ ਤੋਂ ਬਾਅਦ ਇਹਨਾਂ ਦੇ ਪੁੱਤਰ ਕੌਣ ਹੋਏ? ਹਰਗੋਬਿੰਦ ਰਾਏ ਜੀ। ਠੀਕ ਹੈ, ਸੋ ਇਹਨਾਂ ਨੇ ਕੀ ਕੀਤਾ? ਆ ਲਿਖਿਆ ਹੈ ਹਰਗੋਬਿੰਦ ਰਾਏ ਜੀ। ਇਹ ਕੌਣ ਸੀਗੇ? ਇਹਨਾਂ ਦੇ ਪੁੱਤਰ ਸੀਗੇ ਗੁਰੂ ਅਰਜਨ ਦੇਵ ਜੀ ਦੇ। ਤਾਂ ਪ੍ਰਿਥੀ ਚੰਦ ਨੇ, ਕਿਉਂਕਿ ਪ੍ਰਿਥੀ ਚੰਦ ਦਾ ਮੁੰਡਾ ਸੀ ਮਿਹਰਬਾਨ। ਠੀਕ ਹੈ, ਜਦੋਂ ਪ੍ਰਿਥੀ ਚੰਦ ਨੂੰ ਗੱਦੀ ਨਹੀਂ ਮਿਲੀ ਤਾਂ ਇਹਨਾਂ ਨੇ ਕੀ ਸੋਚਿਆ ਕਿ ਮੇਰੇ ਪੁੱਤਰ ਮਿਹਰਬਾਨ ਨੂੰ ਤਾਂ ਮਿਲ ਜੇ। ਤਾਂ ਇਹਨਾਂ ਨੇ ਜੋ ਹਰਗੋਬਿੰਦ ਰਾਏ ਜੀ ਸੀ ਉਹਨਾਂ ਨੂੰ ਵੀ ਮਾਰਨ ਦੀ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਇਹ ਕੀ ਰਹੇ? ਨਾਕਾਮ ਰਹੇ। ਠੀਕ ਹੈ ਜੀ, ਸੋ ਪੁੱਤਰ ਕੌਣ ਸੀ? ਹਰਗੋਬਿੰਦ ਰਾਏ ਜੀ। ਕਹਿੰਦੇ ਨੇ 1588 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਦੀ ਇਹਨਾਂ ਨੇ ਕੀ ਰੱਖੀ? ਨੀਂਹ ਰੱਖੀ। ਹਰਿਮੰਦਰ ਮਤਲਬ ਰੱਬ ਦਾ ਘਰ। ਠੀਕ ਹੈ, ਨੀਂਹ ਕਦੋਂ ਰੱਖੀ? ਆਪਣਾ 1588 ਦੇ ਵਿੱਚ। ਠੀਕ ਹੈ ਜੀ, ਤੇ ਆਪ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਆਦਿ ਗ੍ਰੰਥ ਦਾ ਮਤਲਬ ਕੀ ਸੀ? ਇਹਨਾਂ ਨੇ ਕੀ ਸੀ? ਆਪਣੇ ਤੋਂ ਜਿਹੜੇ 4 ਗੁਰੂਆਂ ਦੀ ਬਾਣੀ ਸੀ ਉਹ ਕਿੱਥੋਂ ਕਿੱਥੋਂ ਇਕੱਠੀ ਕਰਕੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਗ੍ਰੰਥ ਬਣਾਇਆ, ਜਿਹਦਾ ਨਾਮ ਕੀ ਰੱਖਿਆ ਗਿਆ? ਆਦਿ ਗ੍ਰੰਥ। ਤੇ ਇਹ ਬਾਅਦ ਦੇ ਵਿੱਚ ਇਹਨੂੰ ਹੀ ਕੀ ਇਹਦੇ ਵਿੱਚ ਹੋਰ ਬਾਣੀਆਂ ਐਡ ਕਰਕੇ ਕੀ ਬਣਾਇਆ ਗਿਆ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣਾਇਆ ਗਿਆ। ਠੀਕ ਹੈ, ਆਪ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ। ਠੀਕ ਹੈ, ਇਹਨਾਂ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ, ਜੋ ਕਿ 1604 ਦੇ ਵਿੱਚ ਕੰਮ ਪੂਰਾ ਹੋਇਆ। ਠੀਕ ਹੈ, 1604 ਦੇ ਵਿੱਚ ਕੀ ਹੋਇਆ? ਬਾਣੀ ਜੋ ਸੀ ਇਹਨਾਂ ਦੀ ਆਦਿ ਗ੍ਰੰਥ ਕੰਪਲੀਟ ਹੋ ਗਿਆ। ਕਹਿੰਦੇ ਨੇ ਇੱਕ ਰਾਮਸਰ ਦਰਿਆ ਦਾ ਕੰਢਾ ਸੀ, ਉੱਥੇ ਬੈਠ ਕੇ ਇਹਨਾਂ ਨੇ ਕੀ ਲਿਖੀ? ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਸੀ। ਠੀਕ ਹੈ, ਸੋ ਕਿਹਾ ਜਾਂਦਾ ਹੈ ਕਿ ਇਹ ਮਾਮਾ ਜੀ ਲੱਗਦੇ ਸੀ, ਇਹ ਇਹਨਾਂ ਦੇ ਮਾਮਾ ਜੀ ਲੱਗਦੇ ਸੀ। ਕੌਣ? ਭਾਈ ਗੁਰਦਾਸ। ਠੀਕ ਹੈ, ਭਾਈ ਗੁਰਦਾਸ ਜੀ ਇਹਨਾਂ ਦੇ ਮਾਮਾ ਜੀ ਲੱਗਦੇ। ਅੱਗੇ ਕੀ ਹੈ? 1601 ਦੇ ਵਿੱਚ ਹਰਮੰਦਰ ਸਾਹਿਬ ਦਾ ਕੰਮ ਕੀ ਹੋ ਗਿਆ ਸੀ ਜੀ? ਪੂਰਾ ਹੋ ਗਿਆ ਸੀ। 1588 ਚ ਸ਼ੁਰੂ ਹੋਇਆ, 1601 ਦੇ ਵਿੱਚ ਕੀ ਹੋ ਗਿਆ ਸੀ? ਖਤਮ ਹੋ ਗਿਆ ਸੀ, ਸੰਪੰਨ ਹੋ ਗਿਆ ਸੀ। 1604 ਈਸਵੀ ਦੇ ਵਿੱਚ ਆਦਿ ਗ੍ਰੰਥ ਦਾ ਪ੍ਰਕਾਸ਼ ਹੋਇਆ, ਮਤਲਬ ਆਦਿ ਗ੍ਰੰਥ ਉੱਥੇ ਰੱਖੇ ਗਏ। ਕਿਹਦੀ ਅਗਵਾਈ ਦੇ ਹੇਠ? ਬਾਬਾ ਬੁੱਢਾ ਜੀ ਦੀ। ਬਾਬਾ ਬੁੱਢਾ ਜੀ ਕੀ ਬਣੇ? ਇਹਦੇ ਪਹਿਲੇ ਗ੍ਰੰਥੀ ਬਣੇ। ਠੀਕ ਹੈ, ਬਹੁਤ ਵਧੀਆ ਉਮਰ ਭੋਗ ਕੇ ਗਏ ਨੇ ਇਹ। ਠੀਕ ਹੈ, ਕਈ ਗੁਰੂ ਸਾਹਿਬਾਨ ਨੇ, ਜੇ ਤੁਹਾਨੂੰ ਪਤਾ ਤਾਂ ਪਤਾ ਦੱਸੋ ਥੱਲੇ ਕਮੈਂਟ ਕਰਕੇ, ਕਿੰਨੇ ਗੁਰੂ ਸਾਹਿਬਾਨਾਂ ਨੂੰ ਇਹਨਾਂ ਨੇ ਦੇਖਿਆ। ਠੀਕ ਹੈ, ਕਿੰਨੇ ਗੁਰੂ ਸਾਹਿਬਾਨਾਂ ਦੀ ਮਤਲਬ ਇਹਨਾਂ ਨੇ ਗੱਦੀ ਨਸ਼ੀਨੀ ਕੀਤੀ, ਮਤਲਬ ਗੁਰੂ ਗੱਦੀ ਤੇ ਬਿਠਾਉਣ ਦੀ ਰਸਮ ਅਦਾ ਬਾਬਾ ਬੁੱਢਾ ਜੀ ਨੇ ਕੀਤੀ। ਠੀਕ ਹੈ ਜੀ, ਕਹਿੰਦੇ ਨੇ ਇਹ ਵੀ ਇੱਕ ਮਾਨਤਾ ਹੈ ਕਿ ਜਦੋਂ ਆਪਾਂ ਨੇ ਹੁਣੀ ਪੜ੍ਹ ਕੇ ਹਟਿਆ ਨਾ ਕਿ ਗੰਗਾ ਦੇਵੀ ਜੀ ਕੀ ਸੀ? ਇਹਨਾਂ ਦੀ ਪਤਨੀ ਸੀਗੇ ਰਾਮਦਾਸ ਜੀ ਦੀ। ਕਹਿੰਦੇ ਨੇ ਪ੍ਰਿਥੀ ਚੰਦ ਨੂੰ ਪਤਾ ਸੀ ਕਿ ਇਹਨਾਂ ਦੇ ਕੋਈ ਪੁੱਤਰ ਨਹੀਂ। ਜਦੋਂ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੇ ਗੰਗਾ ਦੇਵੀ ਨੂੰ ਕੀ ਕਿਹਾ ਕਿ ਤੁਸੀਂ ਜਾਓ ਬਾਬਾ ਬੁੱਢਾ ਜੀ ਕੋਲੇ ਜਾਓ, ਉਹਨਾਂ ਕੋਲ ਜਾਓਗੇ ਤਾਂ ਤੁਹਾਨੂੰ ਪੁੱਤਰ ਦੀ ਦਾਤ ਮਿਲੂਗੀ। ਜਦੋਂ ਗੰਗਾ ਦੇਵੀ ਜੀ ਗਏ ਤਾਂ ਉਹ ਦੁਖੀ ਖਫਾ ਹੋ ਗਏ ਇਹਨਾਂ ਤੋਂ, ਜਾਂ ਉਹਨਾਂ ਨੇ ਇਹਨਾਂ ਨਾਲ ਗੱਲ ਨਹੀਂ ਕੀਤੀ। ਗੰਗਾ ਦੇਵੀ ਜੀ ਵਾਪਸ ਆਏ, ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਉਹਨਾਂ ਨੇ ਤਾਂ ਮੇਰੇ ਨਾਲ ਬੋਲੀ ਨਹੀਂ। ਉਹ ਕਹਿੰਦੇ ਤੁਸੀਂ ਉੱਥੇ ਸਾਦੇ ਬਣ ਕੇ ਜਾਓ ਤੇ ਉਹਨਾਂ ਲਈ ਸਾਦਾ ਭੋਜਨ ਲੈ ਕੇ ਜਾਓ, ਫਿਰ ਉਹ ਤੁਹਾਡੇ ਨਾਲ ਗੱਲ ਕਰਨਗੇ।
ਕਹਿੰਦੇ ਨੇ ਫਿਰ ਉਹ ਉੱਥੇ ਬਾਬਾ ਬੁੱਢਾ ਜੀ ਕੋਲੇ ਗਏ ਤੇ ਉਹ ਪ੍ਰਸੰਨ ਹੋਏ। ਉਹਨਾਂ ਨੇ ਕਿਹਾ ਕਿ ਤੈਨੂੰ ਪੁੱਤਰ ਦੀ ਦਾਤ ਮਿਲ ਜੂਗੀ ਤੇ ਜੋ ਕਿ ਮਤਲਬ ਇਹ ਦੁਨੀਆ ਦਾ ਉद्धार ਕਰੂਗਾ। ਤੇ ਉਹ ਤੋਂ ਬਾਅਦ ਹੀ ਕੌਣ ਹੋਏ ਸੀ ਜੀ? ਹਰਗੋਬਿੰਦ ਰਾਏ। ਠੀਕ ਹੈ ਜੀ। ਸੋ ਇਹ ਛੋਟੀ ਛੋਟੀ ਸਾਖੀਆਂ ਨੇ। ਸੋ ਉਹ ਤੋਂ ਬਾਅਦ ਕੀ ਹੈ, ਇਹਨਾਂ ਦੀ ਬਾਣੀ ਜੋ ਹੈ 30 ਰਾਗਾਂ ਦੇ ਵਿੱਚ ਦਰਜ ਹੈ ਜੀ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲ 31 ਰਾਗਾਂ ਦੇ ਵਿੱਚ ਹੈ। ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ 31 ਰਾਗਾਂ ਵਿੱਚ ਬਾਣੀ ਦਰਜ ਹੈ। ਪਰ ਜੋ ਇਹਨਾਂ ਨੇ ਲਿਖੇ, ਇਹਨਾਂ ਨੇ ਸਭ ਤੋਂ ਜ਼ਿਆਦਾ 30 ਰਾਗਾਂ ਵਿੱਚ ਬਾਣੀ ਲਿਖੀ, ਇੱਕ ਰਾਗ ਦੇ ਵਿੱਚ ਨਹੀਂ ਲਿਖੀ। ਉਹ ਰਾਗ ਕਿਹੜਾ ਸੀ ਜੀ? ਜੈਜਾਵੰਤੀ। ਇਹਨਾਂ ਨੇ ਜੈਜਾਵੰਤੀ ਰਾਗ ਵਿੱਚ ਜੋ ਹੈ ਬਾਣੀ ਨਹੀਂ ਲਿਖੀ। ਠੀਕ ਹੈ ਜੀ। ਸੋ ਇਹਨਾਂ ਨੇ 12 ਮਾਹ ਲਿਖੇ, 12 ਮਾਹ ਲਿਖੇ। ਸੁਖਮਣੀ ਸਾਹਿਬ ਲਿਖਿਆ, 52 ਅੱਖਰੇ ਲਿਖਿਆ। ਕਹਿੰਦੇ ਨੇ ਸੁਖਮਣੀ ਸਾਹਿਬ ਇਹਨਾਂ ਦੀ ਸ਼ਾਹਕਾਰ ਰਚਨਾ ਸੀ। ਸ਼ਾਹਕਾਰ ਰਚਨਾ ਦਾ ਮਤਲਬ ਸਭ ਤੋਂ ਉੱਤਮ ਰਚਨਾ ਸੀ। ਠੀਕ ਹੈ। ਸੁਖਮਣੀ ਸਾਹਿਬ ਨੂੰ ਮਨ ਦਾ ਸੁਖ, ਸੁਖਮਣੀ ਸਾਹਿਬ ਦਾ ਮਤਲਬ ਕੀ ਹੈ? ਮਨ ਦਾ ਸੁਖ। ਕਿਹੜੇ ਰਾਗ ਦੇ ਵਿੱਚ ਹੈ? ਰਾਗ ਗਾਉੜੀ ਦੇ ਵਿੱਚ ਹੈ ਇਹ। ਠੀਕ ਹੈ। ਪੰਜਾਬੀ ਦੇ ਵਿੱਚ ਆਪਾਂ ਐ ਕਹਾਂਗੇ, ਰਾਗ ਗਾਉੜੀ ਦੇ ਵਿੱਚ ਹੈ। ਕਹਿੰਦੇ ਨੇ ਜੇ ਇਹਨੂੰ ਚੰਗੀ ਤਰ੍ਹਾਂ ਕਰੀਏ ਤਾਂ 90 ਮਿੰਟ ਲੱਗਦੇ ਨੇ। ਕਿੰਨੇ ਮਿੰਟ ਲੱਗਦੇ ਨੇ? 90 ਮਿੰਟ, ਜਿਹਨੂੰ ਆਰਾਮ ਨਾਲ ਕੀਤਾ ਜਾਵੇ। ਠੀਕ ਹੈ। ਇਹਨਾਂ ਨੇ ਨਸ਼ਾ ਮੁਕਤੀ ਤੇ ਵੀ ਜ਼ੋਰ ਦਿੱਤਾ। ਇਹਨਾਂ ਨੇ ਵਪਾਰ ਦੇ ਵਿੱਚ ਵੀ ਜ਼ੋਰ ਦਿੱਤਾ। ਕਹਿੰਦੇ ਨੇ ਕਿ ਇਹ ਘੋੜਿਆਂ ਦਾ ਵਪਾਰ ਕਰਦੇ ਸੀ। ਜਿਹੜੇ ਘੋੜੇ ਸੀਗੇ ਉਹ ਅਰਬ, ਕਾਬੁਲ ਵਗੈਰਾ ਦੇ ਵਿੱਚ ਜਾਂਦੇ ਲਿਆਉਂਦੇ ਸੀ। ਠੀਕ ਹੈ। ਤਾਂ ਕਰਕੇ ਉੱਥੇ ਵੀ ਸਿੱਖੀ ਦਾ ਪ੍ਰਚਾਰ ਹੋਇਆ। ਠੀਕ ਹੈ। ਇਹਨਾਂ ਨੇ ਵਿਧਵਾ ਪੁਨਰ ਵਿਵਾਹ ਦੇ ਉੱਤੇ ਕੀ ਕੀਤਾ? ਜ਼ੋਰ ਦਿੱਤਾ ਕਿ ਵਿਧਵਾ ਜੋ ਨੇ, ਪਹਿਲੇ ਟਾਈਮ 'ਚ ਤੁਹਾਨੂੰ ਪਤਾ ਹੋਊਗਾ ਸਤੀ ਹੋਣ ਦੀ ਪ੍ਰਥਾ ਸੀਗੀ, ਤਾਂ ਇਹਨਾਂ ਨੇ ਉਹ ਚੀਜ਼ ਦਾ ਖੰਡਨ ਕਰਕੇ ਜੋ ਵਿਧਵਾ ਨੇ ਉਹਨਾਂ ਦੇ ਪੁਨਰ ਵਿਆਹ ਦੀ ਵੀ ਕੀ ਕੀਤੀ? ਗੱਲ ਕੀਤੀ। ਹੁਣ ਚੰਦੂ ਸ਼ਾਹ ਦਾ ਵਿਦਰੋਹ, ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਆਉਂਦਾ ਹੈ ਕਿ ਇਹਨਾਂ ਦਾ ਜੋ ਤਤਕਾਲੀ ਕਾਰਨ ਸੀ, ਤਤਕਾਲੀ ਕਾਰਨ ਕੀ ਸੀ? ਤੁਹਾਨੂੰ ਪਤਾ ਹੈ ਕਿ ਇਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਤਾਂ ਇਹਨਾਂ ਤਤਕਾਲੀ ਕਾਰਨ ਕੀ ਸੀ? ਜਹਾਂਗੀਰ ਦੇ ਮੁੰਡੇ ਖੁਸਰੋ ਨੂੰ ਸ਼ਰਨ ਦੇਣੀ। ਠੀਕ ਹੈ। ਮਤਲਬ ਕੀ ਹੈ ਕਿ ਜਹਾਂਗੀਰ ਦਾ ਮੁੰਡਾ ਜੋ ਖੁਸਰੋ ਸੀਗਾ, ਉਹਨਾਂ ਨੂੰ ਇਹਨਾਂ ਨੇ ਕੀ ਕੀਤੀ? ਸ਼ਰਨ ਦਿੱਤੀ ਸੀ। ਕਿਉਂ ਦਿੱਤੀ ਸੀ? ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਪਰ ਉਹਨਾਂ ਵਿੱਚੋਂ ਇਹਨਾਂ ਸ਼ਹੀਦੀ ਦਾ ਇੱਕ ਵੱਡਾ ਕਾਰਨ ਇਹ ਵੀ ਸੀ, ਚੰਦੂ ਸ਼ਾਹ ਕੀ ਸੀਗਾ? ਦੀਵਾਨ ਸੀਗਾ ਜੀ। ਕਿੱਥੋਂ ਦਾ? ਜਹਾਂਗੀਰ ਦੇ ਦਰਬਾਰ ਦਾ। ਤਾਂ ਕਹਿੰਦੇ ਨੇ ਚੰਦੂ ਸ਼ਾਹ ਦੀ ਪੁੱਤਰੀ ਦਾ ਵਿਆਹ, ਕਹਿੰਦੇ ਇਹਦੇ ਜਿਹੜੇ ਪੰਡਤ ਸੀਗੇ, ਪੰਡਤਾਂ ਨੂੰ ਕਿਹਾ ਕਿ ਮੇਰੀ ਪੁੱਤਰੀ ਲਈ ਕੋਈ ਵਰ ਲੱਭ ਕੇ ਲੈ ਕੇ ਆਓ। ਤਾਂ ਪੰਡਤ ਜਿਹੜੇ ਸੀ ਉਹਨਾਂ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਬਹੁਤ ਅਪਰੰਪਾਰ ਹੈ। ਤਾਂ ਗੁਰੂ ਅਰਜਨ ਦੇਵ ਜੀ ਕੋਲੇ ਗਏ। ਗੁਰੂ ਅਰਜਨ ਦੇਵ ਜੀ ਦੇ ਜੋ ਪੁੱਤਰ ਸੀ ਗੁਰੂ ਹਰਗੋਬਿੰਦ ਰਾਏ ਜੀ, ਉਹਨਾਂ ਲਈ ਰਿਸ਼ਤਾ ਮੰਗਿਆ। ਤਾਂ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਠੀਕ ਹੈ ਵੀ ਕੋਈ ਨਹੀਂ, ਕਰ ਦਿੰਦੇ ਆ। ਤਾਂ ਜਦੋਂ ਪੰਡਤ ਵਾਪਸ ਗਏ ਚੰਦੂ ਸ਼ਾਹ ਕੋਲੇ, ਚੰਦੂ ਸ਼ਾਹ ਸੀਗਾ ਦੀਵਾਨ, ਮਤਲਬ ਖਜ਼ਾਨਚੀ, ਬਹੁਤ ਹੀ ਤਕੜਾ, ਪੈਸੇ ਵਾਲੇ ਪੱਖੋਂ ਬਹੁਤ ਜ਼ਿਆਦਾ ਵਧੀਆ ਸੀ। ਤੇ ਉਹਨੇ ਕਿਹਾ ਫਿਰ ਉੱਥੇ ਪੰਡਤਾਂ ਨੂੰ ਕਿ ਇਹ ਕੀ ਕਰਿਆ ਤੁਸੀਂ? ਕਿ ਕੋਠੇ ਦੀ ਇੱਟ ਮੋਰੀ ਚ ਲਾਏ। ਠੀਕ ਹੈ ਜੀ। ਕੋਠੇ ਦੀ ਇੱਟ ਮੋਰੀ ਚ ਲਾਇਆ, ਮਤਲਬ ਇੱਕ ਵਧੀਆ ਇੱਟ ਨੂੰ ਕਿੱਥੇ ਤੁਸੀਂ ਹੋ ਕਰਿਆ ਏ। ਤਾਂ ਜਦੋਂ ਇਹ ਗੱਲ ਗੁਰੂ ਸਾਹਿਬਾਨ ਤੱਕ ਪਤਾ ਚੱਲੀ ਤਾਂ ਗੁਰੂ ਸਾਹਿਬਾਨ ਨੇ ਭਾਈ ਗੁਰਦਾਸ ਜੀ ਨਾਲ, ਬਾਬਾ ਬੁੱਢਾ ਜੀ ਨਾਲ ਗੱਲਬਾਤ ਕੀਤੀ। ਤਾਂ ਉਹਨਾਂ ਨੇ ਕਿਹਾ ਵੀ ਉਹ ਤਾਂ ਹੰਕਾਰਿਆ ਹੋਇਆ, ਐਸੇ ਜਗ੍ਹਾ ਤੇ ਆਪਾਂ ਆਪਣਾ ਪੁੱਤਰ ਨਹੀਂ ਵਿਆਹੁੰਦੇ। ਤਾਂ ਉਹਨਾਂ ਨੇ ਜਦੋਂ ਦੁਬਾਰਾ ਉਹ ਪੰਡਤ ਆਏ ਤਾਂ ਉਹਨਾਂ ਨੇ ਕੀ ਕਰਤੀ? ਨਾ ਕਰਤੀ ਵੀ ਤੁਹਾਡਾ ਜੋ ਦੀਵਾਨ ਹੈ ਉਹ ਤਾਂ ਇਹ ਕਹਿੰਦਾ ਵੀ ਅਸੀਂ ਇਹ ਰਿਸ਼ਤਾ ਕਰਨ ਲਈ ਨਾ ਮਨਜ਼ੂਰ ਹਾਂ। ਇਸ ਚੀਜ਼ ਤੋਂ ਕੀ ਹੋਇਆ, ਜੋ ਚੰਦੂ ਸ਼ਾਹ ਸੀਗਾ ਉਹਨੇ ਬਾਅਦ ਚੋਂ ਲਾਲਚ ਵੀ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਕਿ ਇਹ ਸੰਤ ਮਹਾਤਮਾ ਨੇ ਵੀ ਇਹਨਾਂ ਦੇ ਘਰੇ ਮੇਰੀ ਕੁੜੀ ਰਾਜ ਕਰੂਗੀ। ਪਰ ਉਹਨਾਂ ਨੇ ਕੀ ਕਿਹਾ? ਚੰਦੂ ਸ਼ਾਹ ਨੇ ਲਾਲਚ ਵੀ ਦਿੱਤਾ। ਉਹ ਕਹਿੰਦੇ ਨਹੀਂ ਵੀ ਹੁਣ ਤੂੰ ਜਿੰਨਾ ਮਰਜ਼ੀ ਪੈਸਾ ਦੇ ਦੇ, ਵੀ ਅਸੀਂ ਵਿਆਹ ਨਹੀਂ ਕਰਨਾ। ਸੋ ਇਸ ਚੀਜ਼ ਤੋਂ ਚੰਦੂ ਸ਼ਾਹ ਕੀ ਹੋ ਗਿਆ? ਖਫਾ ਹੋ ਗਿਆ। ਤੇ ਇਹਨੇ ਜਿਹੜੇ ਸੀਗੇ ਆਪਣਾ ਜਹਾਂਗੀਰ ਕੋਲੇ ਭੜਕਾਉਣਾ ਸ਼ੁਰੂ ਕਰਤਾ ਗੁਰੂ ਅਰਜਨ ਦੇਵ ਜੀ ਬਾਰੇ। ਭੜਕਾਉਂਦਾ ਵੀ ਕੀ ਸੀ? ਉਹਨਾਂ ਨੇ ਕਿਹਾ ਕਿ ਜੋ ਇਹਨਾਂ ਨੇ ਆਦਿ ਗ੍ਰੰਥ ਲਿਖਿਆ ਉਹਦੇ ਵਿੱਚ ਕੀ ਹੈ ਵੀ ਮੁਸਲਿਮ ਬਾਰੇ ਜਾਂ ਇਸਲਾਮ ਬਾਰੇ ਗਲਤ ਬੋਲਿਆ ਗਿਆ। ਠੀਕ ਹੈ। ਤਾਂ ਕਰਕੇ ਉਹ ਕੰਨਾਂ ਦਾ ਕੱਚਾ ਸੀ ਤੇ ਇਸਲਾਮ ਦਾ ਕੱਟੜ ਸੀ। ਉਹਦਾ ਪਿਤਾ ਜੋ ਸੀ ਅਕਬਰ ਦੇ ਨਾਲ ਗੁਰੂ ਜੋ ਆਪਣੇ ਕੋਲੇ ਅਰਜਨ ਦੇਵ ਜੀ ਸੀ ਉਹਨਾਂ ਦੀ ਵਧੀਆ ਬਣਦੀ ਸੀ, ਪਰ ਜੋ ਉਹ ਸੀਗਾ ਉਹ ਕੱਟੜ ਜ਼ਿਆਦਾ ਸੀ। ਉਹਨੇ ਅਕਬਰ ਨੂੰ ਵੀ ਕੀ ਕਰਤਾ ਸੀ? ਕੈਦ ਕਰ ਲਿਆ ਸੀ। ਠੀਕ ਹੈ। ਸੋ ਅੱਗੇ ਆਪਾਂ ਜੇ ਗੱਲ ਕਰੀਏ, ਇਹਨਾਂ ਨੇ ਗੁਰੂ ਕਾ ਬਾਗ ਬਣਵਾਇਆ ਜੀ। ਠੀਕ ਹੈ। ਇਸ ਤੋਂ ਇਲਾਵਾ ਇਹਨਾਂ ਨੇ ਤਰਨਤਾਰਨ ਸ਼ਹਿਰ ਦੀ ਸਥਾਪਨਾ ਕੀਤੀ। ਤਰਨਤਾਰਨ ਦਾ ਮਤਲਬ ਹੁੰਦਾ ਭਾਵ ਸਾਗਰ ਤੋਂ ਪਾਰ। ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ। ਪਹਿਲਾਂ ਇਹਦਾ ਨਾਮ ਕੀ ਸੀ? ਗੁਰੂ ਕਾ ਚੱਕ ਸੀ ਜਾਂ ਚੱਕ ਰਾਮਦਾਸਪੁਰਾ ਸੀ, ਪਰ ਇਹਨਾਂ ਨੇ ਕੀ ਨਾਮ ਰੱਖਤਾ? ਅੰਮ੍ਰਿਤਸਰ। ਉਹ ਤੋਂ ਬਾਅਦ ਤਰਨਤਾਰਨ ਸਰੋਵਰ ਵੀ ਇਹਨਾਂ ਨੇ ਕੀ ਬਣਵਾਇਆ? ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਜ਼ਿਆਦਾ ਸ਼ਬਦ ਲਿਖੇ। ਕਿੰਨੇ ਸ਼ਬਦ ਜੀ? 2216 ਸ਼ਬਦ ਕੀ ਲਿਖੇ? ਇਹਨਾਂ ਨੇ ਲਿਖੇ। 116 ਇਹਨਾਂ ਦੇ ਕੀ ਮਿਲਦੇ ਨੇ ਉਹਦੇ ਵਿੱਚ? ਸ਼ਲੋਕ। ਹਾਂਜੀ। ਸਭ ਤੋਂ ਲੰਬੀ ਬਾਣੀ ਕਿਹੜੀ ਹੈ? ਸੁਖਮਣੀ ਸਾਹਿਬ ਦੀ। ਠੀਕ ਹੈ। ਸੁਖਮਣੀ ਸਾਹਿਬ ਬਾਰੇ ਆਪਾਂ ਕਈ ਕੁਐਸਚਨ ਕਰ ਲਏ। ਇਹਦੇ ਵਿੱਚ 24 ਸ਼ਲੋਕ ਮਿਲਦੇ ਨੇ ਤੇ 24 ਅਸ਼ਟਪਦੀਆਂ ਮਿਲਦੀਆਂ ਨੇ। ਕਿਹਦੇ ਵਿੱਚ? ਸੁਖਮਣੀ ਸਾਹਿਬ ਦੇ ਵਿੱਚ। ਤੇ ਜੇ ਆਪਾਂ ਅੰਗ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਦੇ 262 ਅੰਗ ਤੋਂ ਲੈ ਕੇ 296 ਅੰਗ ਤੱਕ ਕੀ ਹੈ ਇਹ ਬਾਣੀ ਮਿਲਦੀ ਹੈ। ਇਹਨਾਂ ਨੇ 52 ਅੱਖਰੇ ਲਿਖੇ, ਜਿਹਦੇ ਵਿੱਚ ਕੀ ਨੇ? 55 ਪੌੜੀਆਂ ਮਿਲਦੀਆਂ ਨੇ ਤੇ ਹਰੇਕ ਪੌੜੀ ਦੇ ਨਾਲ ਇੱਕ ਸ਼ਲੋਕ ਹੈ। ਮਤਲਬ ਕੀ ਹੈ? ਜੇ 55 ਪੌੜੀਆਂ ਹੋ ਗਏ ਤਾਂ 55 ਕੀ ਹੋ ਗਏ? ਸ਼ਲੋਕ ਹੋ ਗਏ। ਆਪ ਜੀ ਨੇ ਦਸਵੰਧ ਦੀ ਸ਼ੁਰੂਆਤ ਕੀਤੀ। ਠੀਕ ਹੈ। ਦਸਵੰਧ ਮਤਲਬ ਕੀ ਹੈ? ਸਰੋਵਰ, ਜਿਹੜੇ ਵੀ ਸਰੋਵਰ ਬਣਦੇ ਸੀ, ਗੁਰੂ ਦਾ ਕੰਮ ਹੁੰਦਾ ਸੀ, ਉਹਦੇ ਲਈ ਇਹਨਾਂ ਨੇ ਕਿਹਦੀ ਸ਼ੁਰੂਆਤ ਕੀਤੀ? ਦਸਵੰਧ ਦੀ ਸ਼ੁਰੂਆਤ ਕੀਤੀ। ਅੱਗੇ ਕਿਹਾ ਜਾਂਦਾ ਹੈ ਕਿ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਕੀ ਕਿਹਾ? ਗੁਰੂ ਅਮਰਦਾਸ ਜੀ ਨੇ ਕੀ ਕਿਹਾ? ਦੋਤਾ ਬਾਣੀ ਕਾ ਬੋਇਤਾ ਕਹਿ ਕੇ ਸਨਮਾਨਿਤ ਕੀਤਾ। ਠੀਕ ਹੈ ਜੀ। ਸੁਖਮਨੀ ਸਾਹਿਬ ਦਾ ਦੂਜਾ ਨਾਮ ਕੀ ਹੈ? ਸ਼ਾਂਤੀ ਦਾ ਸਮੁੰਦਰ। ਠੀਕ ਹੈ। ਬਹੁਤ ਹੀ ਸੁਖ ਦੇਣ ਵਾਲੀ ਇਹ ਕੀ ਹੈ? ਰਚਨਾ ਹੈ ਇਹਨਾਂ ਦੀ।
ਆਪ 25 ਸਾਲ ਗੁਰਗੱਦੀ ਤੇ ਰਹੇ 1581 ਤੋਂ ਲੈ ਕੇ 1606 ਤੱਕ। ਤੁਹਾਨੂੰ ਪਤਾ 1606 ਦੇ ਵਿੱਚ ਜਹਾਂਗੀਰ ਨੇ ਕੀ ਕਰਤਾ ਸੀ, ਇਹਨਾਂ ਨੂੰ ਸ਼ਹੀਦ ਕਰਤਾ ਸੀ। ਠੀਕ ਹੈ ਜੀ। 18 ਸਾਲ ਦੀ ਉਮਰ ਵਿੱਚ ਆਪ ਗੁਰਗੱਦੀ ਤੇ ਕੀ ਸੀ, ਵਿਰਾਜਮਾਨ ਹੋਏ ਸੀ। ਦਸਵੰਧ ਹੈ ਜੀ ਇੱਥੇ। ਠੀਕ ਹੈ। ਦਸਵੰਧ ਦਾ ਮੇਨ ਉਦੇਸ਼ ਕੀ ਸੀ, ਸਰੋਵਰਾਂ ਦੀ ਉਸਾਰੀ ਲਈ ਧਨ ਇਕੱਠਾ ਕਰਨਾ, ਕਿਉਂਕਿ ਉਹ ਟਾਈਮ ਦੇ ਉੱਤੇ ਕੀ ਹੋ ਗਿਆ ਸੀ, ਪਾਣੀ ਦਾ ਅਕਾਲ ਪੈ ਗਿਆ ਸੀ, ਰੋਟੀ ਪਾਣੀ ਦਾ ਅਕਾਲ ਪੈ ਗਿਆ ਸੀ, ਜਿਹਦੇ ਕਰਕੇ ਇਹਨਾਂ ਨੂੰ ਜੋ ਸੀ ਕੀ ਕਰਾਣੇ ਪਏ, ਜੋ ਖੂਹ ਵਗੈਰਾ ਜਾਂ ਸਰੋਵਰ ਵਗੈਰਾ ਕੀ ਬਣਵਾਣੇ ਪਏ। ਠੀਕ ਹੈ। ਭਾਈ ਗੁਰਦਾਸ ਜੀ ਆਪਦੇ ਮਾਮਾ ਜੀ ਸਨ, ਇਹ ਮੈਂ ਤੁਹਾਨੂੰ ਦੱਸ ਚੁੱਕਿਆ। ਰਾਵੀ ਦਰਿਆ ਦੇ ਕੰਢੇ ਗੁਰਦੁਆਰਾ ਹੈ ਡੇਰਾ ਸਾਹਿਬ। ਡੇਰਾ ਸਾਹਿਬ ਇੱਥੇ ਕੀ ਹੋਇਆ ਸੀ, ਇੱਥੇ ਇਹਨਾਂ ਨੂੰ ਕੀ ਕੀਤਾ ਗਿਆ ਸੀ, ਸ਼ਹੀਦ ਕੀਤਾ ਗਿਆ ਸੀ। ਉਹ ਜਗ੍ਹਾ ਤੇ ਅੱਜ ਕਿਹੜਾ ਗੁਰਦੁਆਰਾ ਹੈ, ਡੇਰਾ ਸਾਹਿਬ। ਇੱਥੇ ਸਪੈਲਿੰਗ ਗਲਤ ਨੇ, ਡੇਰਾ ਏਦਾਂ ਪਏਗਾ। ਠੀਕ ਹੈ। ਡੇਰਾ ਸਾਹਿਬ। ਇਹਨਾਂ ਨੂੰ ਸ਼ਹੀਦ ਆਜ਼ਮ ਕਿਹਾ ਜਾਂਦਾ ਹੈ। ਪਹਿਲੀ ਸ਼ਹੀਦੀ ਇਹਨਾਂ ਦੀ ਸਭ ਤੋਂ ਪਹਿਲੀ ਸ਼ਹੀਦੀ ਸੀ ਜਿਹੜੀ ਕੀ ਹੋਈ ਸੀ। ਠੀਕ ਹੈ ਜੀ। ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਜੀ ਨੇ ਜਿਹੜੇ ਸ਼ਸਤਰ ਵਿਦਿਆ ਸੀ ਉਹ ਸਿੱਖੀ ਸੀ, ਪਰ ਜਿਹੜੇ ਗੁਰੂ ਅਰਜਨ ਦੇਵ ਜੀ ਸੀ ਇਹ ਵੀ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਸੀਗੇ। ਸੋ ਇਹਨਾਂ ਦੀ ਸ਼ਹੀਦੀ ਦਾ ਕਾਰਨ ਦੇਖੋ, ਪ੍ਰੀਥੀਆ ਦਾ ਵਿਰੋਧ। ਪ੍ਰੀਥੀਆ ਕੌਣ, ਜੋ ਇਹਨਾਂ ਦੇ ਕੀ ਸੀਗਾ, ਭਾਈ ਸੀਗਾ, ਸਭ ਤੋਂ ਵੱਡਾ ਭਾਈ ਸੀਗਾ। ਤੇ ਇਹਦਾ ਮੁੰਡਾ ਕੌਣ ਸੀ, ਮਿਹਰਬਾਨ। ਮੈਂ ਤੁਹਾਨੂੰ ਦੱਸ ਚੁੱਕਿਆ ਕਿ ਪ੍ਰੀਥੀਆ ਨੂੰ ਕੀ ਚਾਹੁੰਦਾ ਸੀ, ਮੈਂ ਤਾਂ ਚਲੋ ਗੁਰੂ ਬਣ ਨਹੀਂ ਸਕਿਆ, ਪਰ ਮੇਰਾ ਜੋ ਪੁੱਤਰ ਹੈ ਮਿਹਰਬਾਨ ਉਹ ਗੁਰੂ ਬਣੇ। ਪਰ ਇਹ ਚੀਜ਼ਾਂ ਕੀ ਹੋ ਗਈ ਸੀ, ਨਾਕਾਮਯਾਬ ਹੋ ਗਈ ਸੀ। ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇੱਕ ਵਾਰ ਪ੍ਰੀਥੀ ਜਦੋਂ ਜਹਾਂਗੀਰ ਕੋਲੇ ਗਿਆ ਕਿ ਐਵੇਂ ਕਰਕੇ ਗੱਲਬਾਤ ਹੈ, ਤਾਂ ਜਹਾਂਗੀਰ ਨੇ ਇੱਕ ਬੰਦਾ ਭੇਜਿਆ ਉਹਦੇ ਨਾਲ। ਉਹ ਇੱਕ ਰਾਤ ਪ੍ਰੀਥੀ ਕੋਲੇ ਰੁਕਿਆ, ਕਿਉਂਕਿ ਉਹਨਾਂ ਨੇ ਅਸਲ 'ਚ ਕਿੱਥੇ ਜਾਣਾ ਸੀ, ਗੁਰੂ ਅਰਜਨ ਦੇਵ ਜੀ ਨੂੰ ਡਰਾਉਣ ਜਾਣਾ ਸੀਗਾ ਵੀ ਗੱਦੀ ਖਾਲੀ ਕਰ ਦੇ, ਵੀ ਮਿਹਰਬਾਨ ਨੂੰ ਬਿਠਾਓ। ਪਰ ਜਦੋਂ ਉਹ ਇੱਕ ਰਾਤ ਪ੍ਰੀਥੀ ਕੋਲੇ ਰੁਕਿਆ ਤਾਂ ਪ੍ਰੀਥੀ ਦਾ ਕੀ ਸੀ, ਇੱਟਾਂ ਦਾ ਭੱਠਾ। ਤਾਂ ਕਹਿੰਦੇ ਨੇ ਜਿਹੜਾ ਬੰਦਾ ਨਾਲ ਗਿਆ ਸੀਗਾ, ਠੀਕ ਹੈ, ਮੈਂ ਨਾਮ ਉਹਦਾ ਭੁੱਲ ਰਿਹਾ, ਜਿਹੜਾ ਬੰਦਾ ਨਾਲ ਗਿਆ ਸੀ ਉਹ ਇੱਟਾਂ ਦਾ ਭੱਠਾ ਜਦੋਂ ਦੇਖਣ ਗਿਆ ਤਾਂ ਉਹਦੇ ਕੋਲ ਇੱਕ ਬਹੁਤ ਵਧੀਆ ਘੋੜਾ ਸੀਗਾ। ਉਹ ਘੋੜਾ ਕਿਤੇ ਟੱਪਦਾ ਉੱਥੇ ਜੋ ਸੀਗਾ ਇੱਟਾਂ ਦੇ ਭੱਠੇ ਤੇ ਚਲਾ ਗਿਆ। ਉੱਥੇ ਹੀ ਇਹ ਦੋਨੇ ਕੀ ਹੋ ਗਏ, ਭਸਮ ਹੋ ਗਏ, ਮਤਲਬ ਉਹਨਾਂ ਨੂੰ ਅੱਗ ਲੱਗ ਗਈ, ਉਹ ਘੋੜਸਵਾਰ ਨੂੰ ਵੀ ਤੇ ਉਸ ਘੋੜੇ ਨੂੰ ਵੀ। ਇਸ ਚੀਜ਼ ਤੋਂ ਜਹਾਂਗੀਰ ਨੂੰ ਗੁੱਸਾ ਆ ਗਿਆ ਤਾਂ ਉਹ ਪ੍ਰੀਥੀ ਦੇ ਕੀ ਹੋ ਗਿਆ, ਅਗੇਂਸਟ ਹੋ ਗਿਆ, ਵਿਰੋਧੀ ਹੋ ਗਿਆ। ਤਾਂ ਹੁਣ ਇੱਥੇ ਪ੍ਰੀਥੀਆ ਵੀ ਕੀ ਹੋ ਗਿਆ, ਖਤਮ ਹੋ ਗਿਆ, ਕਿਉਂਕਿ ਜਿਹੜਾ ਪ੍ਰੀਥੀ ਚੰਦ ਸੀਗਾ ਉਹ ਕਿੱਥੇ, ਉਹ ਜਹਾਂਗੀਰ ਦੀ ਹੈਲਪ ਨਾਲ ਰਾਜ ਲੈਣਾ ਚਾਹੁੰਦਾ ਸੀ, ਮਤਲਬ ਗੁਰਗੱਦੀ ਲੈਣਾ ਚਾਹੁੰਦਾ ਸੀ, ਪਰ ਉਹਨੂੰ ਇਹਦੀ ਇਹ ਤਮੰਨਾ ਵੀ ਕੀ ਹੋ ਗਈ, ਖਤਮ ਹੋ ਗਈ। ਠੀਕ ਹੈ। ਚੰਦੂ ਸ਼ਾਹ ਦਾ ਵਿਰੋਧ ਮੈਂ ਤੁਹਾਨੂੰ ਦੱਸ ਚੁੱਕਿਆ। ਚੰਦੂ ਸ਼ਾਹ ਕੌਣ ਸੀਗਾ, ਚੰਦੂ ਸ਼ਾਹ ਬਾਰੇ ਸਾਰਾ ਕੁਝ ਦੱਸ ਚੁੱਕਿਆ। ਉਹਨੇ ਵਿਰੋਧ ਕੀਤਾ। ਹਿੰਦੂ ਜਾਤੀ ਦਾ ਵਿਰੋਧ ਮਤਲਬ ਕੀ ਹੈ, ਜਦੋਂ ਸਿੱਖੀ ਬਹੁਤ ਜ਼ਿਆਦਾ ਪ੍ਰਚਾਰ ਹੋਣ ਲੱਗ ਗਿਆ, ਠੀਕ ਹੈ, ਅਲੱਗ-ਅਲੱਗ ਮਸੰਦ ਹੋ ਗਏ, ਮੰਜੀ ਹੋ ਗਏ, ਮੰਜੀਦਾਰ ਹੋ ਗਏ, ਤਾਂ ਜੋ ਹਿੰਦੂ ਲੋਕਾਂ ਨੂੰ ਐਂ ਲੱਗਣ ਲੱਗ ਗਿਆ ਜਿਵੇਂ ਅੱਜ ਕੱਲ ਵੀ ਕੀ ਚੱਲਦਾ, ਇਹੀ ਸਾਰੀ ਸਿਆਸਤ ਚੱਲਦੀ ਹੈ, ਉਹ ਹਿੰਦੂ ਹੈ, ਮੈਂ ਮੁਸਲਮਾਨ ਆ, ਫਲਾਣਾ ਸਿੱਖ ਹੈ। ਠੀਕ ਹੈ। ਜੋ ਕਿ ਜਦ ਕਿ ਆਪਾਂ ਨੂੰ ਪਤਾ ਹੈ ਕਿ ਸਾਰਾ ਜੋ ਸਭ ਤੋਂ ਵੱਡਾ ਹੈ ਉਹ ਹਿਊਮੈਨਿਟੀ ਹੈ। ਠੀਕ ਹੈ। ਜੋ ਮਾਨਵਤਾ ਹੈ ਉਹ ਸਭ ਤੋਂ ਵੱਡਾ ਧਰਮ ਹੈ। ਪਰ ਜੇ ਕੁਝ ਰਾਜਨੀਤਿਕ ਦਲ ਨੇ ਜਿਹੜੇ ਕੀ ਕਰਨਾ ਚਾਹੁੰਦੇ ਨੇ, ਆਪਣੇ 'ਚ ਵੰਡੀਆਂ ਪਾਉਣੀਆਂ ਚਾਹੁੰਦੇ ਨੇ। ਜੇ ਆਪਾਂ ਨੂੰ ਥੋੜੀ ਜਿਹੀ ਵੀ ਅਕਲ ਹੈ, ਆਪਣੀ ਪੜ੍ਹਾਈ ਲਿਖਾਈ, ਆਪਾਂ ਨੂੰ ਪਤਾ ਹੈ ਕਿ ਆਪਾਂ ਕੀ ਪੜ੍ਹੇ ਹੋਏ ਹਾਂ, ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਲਈ ਚੰਗਾ ਕੀ ਹੈ, ਮਾੜਾ ਕੀ ਹੈ। ਇਹ ਸਭ ਮੁੱਦੇ ਨੇ। ਕੋਈ ਵੀ ਕਿਤੋਂ ਮਰਜ਼ੀ ਆ ਕੇ ਕੁਝ ਵੀ ਬੋਲ ਗਿਆ, ਠੀਕ ਹੈ, ਆਪਾਂ ਉੱਥੇ ਆਪਣੇ ਮਨ ਤੇ ਲਾਉਂਦੇ, ਤਾਂ ਮੈਨੂੰ ਕਹਿ ਗਿਆ, ਤਾਂ ਫਲਾਣੇ ਨੂੰ ਕਹਿ ਗਿਆ। ਸੋ ਆਪਣੇ ਮਨ ਬਾਰੇ ਸੋਚਿਆ ਕਰੋ, ਆਪਣੇ ਆਪ ਸੋਚਿਆ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ, ਕੀ ਨਹੀਂ ਚਾਹੁੰਦੇ। ਕਿਸੇ ਦੇ ਵੀ ਪਿੱਛੇ ਲੱਗ ਕੇ ਕਿਸੇ ਨੂੰ ਗਾਲ ਕੱਢਣੀ, ਕਿਸੇ ਨੂੰ ਮਾੜਾ ਚੰਗਾ ਬੋਲਣਾ, ਇਹ ਚੰਗੀ ਗੱਲ ਨਹੀਂ ਹੈ। ਉਹ ਚਾਹੇ ਕੋਈ ਵੀ ਹੋਵੇ, ਚਾਹੇ ਕੋਈ ਰਾਜਨੇਤਾ ਹੋਵੇ, ਚਾਹੇ ਕੋਈ ਗੁਰੂ ਹੋਵੇ, ਕੋਈ ਵੀ ਹੋਵੇ, ਕਿਸੇ ਪਿੱਛੇ ਲੱਗ ਕੇ, ਕਿਉਂਕਿ ਕੋਈ ਵੀ ਨਹੀਂ ਸਿਖਾਉਂਦਾ ਕਿਸੇ ਦੂਜੇ ਨੂੰ ਮਾੜਾ ਬੋਲਣਾ। ਠੀਕ ਹੈ। ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਪਿਆਰ ਰੱਖਣਾ, ਬਹੁਤ ਵੱਡੀ ਗੱਲ ਹੈ। ਸੋ ਅੱਗੇ ਚੱਲਦੇ ਹਾਂ ਕਿ ਖੁਸਰੋ ਦੀ ਸਹਾਇਤਾ, ਇਹਨੂੰ ਕੀ ਕਿਹਾ ਜਾਂਦਾ, ਅਖੌਤੀ ਸਹਾਇਤਾ ਵੀ ਕਿਹਾ ਜਾਂਦਾ। ਖੁਸਰੋ ਕੌਣ ਸੀਗਾ, ਜਹਾਂਗੀਰ ਦਾ ਪੁੱਤਰ ਸੀਗਾ। ਕਹਿੰਦੇ ਨੇ ਇਹ ਆਪਣੇ ਦਾਦੇ ਵਰਗਾ ਸੀਗਾ। ਦਾਦਾ ਕੌਣ, ਅਕਬਰ। ਸੋ ਅਕਬਰ ਇੱਕ ਧਰਮ ਨਿਰਪੇਖ ਸੀਗਾ, ਮਤਲਬ ਉਹ ਜੋ ਧਰਮ ਬਾਰੇ ਉਹਨੂੰ ਕੋਈ ਉਹ ਨਹੀਂ ਸੀਗੀ ਵੀ ਉਹ ਕੱਟੜ ਨਹੀਂ ਸੀਗਾ ਆਪਣੇ ਧਰਮ ਬਾਰੇ। ਠੀਕ ਹੈ। ਸੋ ਅਖੌਤੀ ਸਹਾਇਤਾ ਦਾ ਮਤਲਬ ਕੀ ਹੈ, ਜਦੋਂ ਖੁਸਰੋ ਨੇ ਵਿਦਰੋਹ ਕੀਤਾ ਜਹਾਂਗੀਰ ਦਾ, ਤਾਂ ਜਹਾਂਗੀਰ ਨੇ ਇਹਨੂੰ ਕੀ ਕਰਤਾ, ਦੇਸ਼ ਨਿਕਾਲਾ ਦਿੱਤਾ। ਤਾਂ ਕਹਿੰਦੇ ਨੇ ਖੁਸਰੋ ਕਾਬੁਲ ਜਾ ਰਿਹਾ ਸੀ। ਕਾਬੁਲ ਜਾਣ ਤੋਂ ਪਹਿਲਾਂ ਉਹ ਕਿੱਥੇ ਗਿਆ, ਗੁਰੂ ਅਰਜਨ ਦੇਵ ਜੀ ਕੋਲੇ ਗਿਆ। ਹੁਣ ਗੁਰੂ ਅਰਜਨ ਦੇਵ ਜੀ ਨੂੰ ਕੀ ਪਤਾ ਇਹ ਕੌਣ ਹੈ ਜਾਂ ਕੀ ਹੈ, ਉਹਨਾਂ ਨੂੰ ਕੀ ਪਤਾ ਕਿਵੇਂ ਕਰਕੇ ਆਏ। ਉਹਨਾਂ ਨੇ ਕੀ ਕੀਤਾ, ਜਿਵੇਂ ਗੁਰੂ ਸਾਹਿਬ ਕੋਲ ਬਾਕੀ ਕੋ ਆਉਂਦੇ ਸੀ ਤਾਂ ਉਹਨਾਂ ਨੇ ਕੀ ਕਰਤਾ, ਇਹਨੂੰ ਟਿੱਕਾ ਲਾਤਾ, ਮਤਲਬ ਇਹਨੂੰ ਆਸ਼ੀਰਵਾਦ ਦਿੱਤਾ। ਤਾਂ ਉੱਥੋਂ ਜਿੰਨੇ ਲੋਕ ਸੀਗੇ, ਮੈਂ ਤੁਹਾਨੂੰ ਦੱਸਿਆ ਕਿ ਬਹੁਤ ਲੋਕ ਗੁਰੂ ਅਰਜਨ ਦੇਵ ਜੀ ਦੇ ਲੱਗਦੇ ਸੀ, ਉਹਨਾਂ ਨੇ ਉੱਥੇ ਗੱਲ ਪਹੁੰਚਾਤੀ ਕਿ ਜੋ ਆਪਣੇ ਕੋਲੇ ਆਪਣਾ ਖੁਸਰੋ ਹੈ, ਇਹ ਤਾਂ ਇਹਨੂੰ ਗੁਰੂ ਅਰਜਨ ਦੇਵ ਜੀ ਸਹਾਇਤਾ ਕਰ ਰਹੇ ਨੇ। ਠੀਕ ਹੈ। ਦੇਖੋ ਗੁਰੂ ਜਹਾਂਗੀਰ ਲੱਗਦਾ ਤਾਂ ਪਹਿਲਾਂ ਤੋਂ ਹੀ ਸੀਗਾ, ਕਿਉਂਕਿ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ। ਤਾਂ ਪੇਪਰ 'ਚ ਆਊਗਾ ਤਤਕਾਲੀ ਕਾਰਨ ਕੀ ਸੀ, ਮਤਲਬ ਉਸੇ ਟਾਈਮ ਉੱਤੇ ਜੋ ਭਖਦਾ ਮੁੱਦਾ ਸੀ ਉਹ ਕੀ ਸੀ, ਤਾਂ ਉਹ ਕੀ ਸੀ, ਖੁਸਰੋ ਦੀ ਸਹਾਇਤਾ ਜੋ ਅਰਜਨ ਦੇਵ ਜੀ ਨੇ ਕੀਤੀ, ਉਹ ਸਭ ਤੋਂ ਵੱਡੀ ਗੱਲ ਸੀ। ਜਿਹਦੇ ਕਰਕੇ ਕੀ ਹੋਇਆ, ਉਹਨਾਂ ਨੇ ਫਿਰ ਕੀ ਕੀਤਾ, ਉਹਨੂੰ ਬੁਲਾਇਆ, ਗੁਰੂ ਅਰਜਨ ਦੇਵ ਜੀ ਨੂੰ ਬੁਲਾਇਆ ਤੇ ਉਹਨਾਂ ਨੂੰ ਤਿੰਨ ਗੱਲਾਂ ਕਹੀਆਂ। ਪਹਿਲੀ ਗੱਲ ਕੀ ਕਹੀ ਕਿ ਜੋ ਤੁਸੀਂ ਆਦਿ ਗ੍ਰੰਥ ਲਿਖ ਰਹੇ ਹੋ ਜਾਂ ਤੁਹਾਨੇ ਲਿਖਤਾ, ਉਹਦੇ ਵਿੱਚ ਸਾਡੀ ਜੋ ਇਸਲਾਮ ਦੀਆਂ ਗੱਲਾਂ ਨੇ ਉਹ ਸ਼ਾਮਿਲ ਕਰੋ, ਜੋ ਮੈਂ ਕਹਿਣਾ। ਐਕਚੁਅਲ ਦੇ ਵਿੱਚ ਉਹਨੇ ਐਂ ਕਹਿੰਦੀ ਜੋ ਮੈਂ ਕਹਿਣਾ। ਉਹ ਕਹਿੰਦੇ ਵੀ ਇਹ ਰੱਬ ਦਾ ਹੁਕਮ ਹੈ, ਜੋ ਰੱਬ ਕਹੂਗਾ ਮੈਂ ਉਹ ਲਿਖੂੰਗਾ, ਵੀ ਮੈਂ ਕਿਸੇ ਦੇ ਕਹੇ ਤੇ ਨਹੀਂ ਲਿਖ ਸਕਦਾ। ਦੂਜੀ ਗੱਲ ਉਹਨਾਂ ਨੇ ਕੀ ਕਹੀ ਵੀ ਜੋ ਤੁਸੀਂ ਪ੍ਰਚਾਰ ਕਰ ਰਹੇ ਹੋ, ਸਿੱਖੀ ਵਗੈਰਾ ਦਾ ਪ੍ਰਚਾਰ ਕਰ ਰਹੇ ਹੋ, ਇਹਦੇ ਲਈ ਜਿਹੜਾ ਵੀ ਤੁਹਾਡੇ ਕੋਲ ਧਨ ਦੌਲਤ ਹੈ, ਉਹਦੇ ਕਰਕੇ ਤੁਸੀਂ 2-2 ਲੱਖ ਰੁਪਈਆ ਕੀ ਕਰੋ, ਹਰੇਕ ਸਾਲ ਉਹਨੂੰ ਦਿਓ, ਮਤਲਬ ਸਾਡੇ ਰਾਜ ਨੂੰ ਦਿਓ ਜਾਂ ਰਾਜਕੋਸ਼ ਨੂੰ ਦਿਓ, ਐਜ਼ ਅ ਟੈਕਸ ਦਿਓ।
ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਸੰਗਤ ਦਾ ਪੈਸਾ ਹੈ, ਦਸਵੰਧ ਦਾ ਪੈਸਾ ਹੈ, ਸਰੋਵਰਾਂ ਤੇ ਲੱਗੂ, ਗੁਰੂ ਘਰਾਂ ਤੇ ਲੱਗੂ, ਲੋਕਾਂ ਦੀ ਭਲਾਈ 'ਚ ਲੱਗੂ, ਇਹ ਚੋਂ ਮੈਂ ਤੈਨੂੰ ਕੁਝ ਨਹੀਂ ਦੇ ਸਕਦਾ ਕਿਉਂਕਿ ਮੇਰਾ ਨਹੀਂ ਹੈਗਾ ਇਹ। ਤਾਂ ਤੀਜੀ ਗੱਲ ਉਹਨਾਂ ਨੇ ਕੀ ਕਹੀ, ਚੰਦੂ ਸ਼ਾਹ ਸਾਡਾ ਕੀ ਮੁਲਾਜ਼ਮ ਵਧੀਆ ਹੈ, ਉਹਦੀ ਕੁੜੀ ਨਾਲ ਆਪਣੇ ਮੁੰਡੇ ਦਾ ਵਿਆਹ ਕਰੋ, ਪਰ ਗੁਰੂ ਜੀ ਨੇ ਕਿਹਾ ਕਿ ਮੈਂ ਉਹ ਵੀ ਨਹੀਂ ਕਰੂੰਗਾ, ਠੀਕ ਹੈ, ਕਿਉਂਕਿ ਉਹ ਇੱਕ ਹੰਕਾਰੀ ਬੰਦਾ ਹੈ, ਕੁੜੀ ਦਾ ਕੋਈ ਕਸੂਰ ਨਹੀਂ, ਪਰ ਐਸੇ ਘਰ ਦੇ ਵਿੱਚ ਜਿੱਥੇ ਉਹ ਪਿਓ ਇੰਨਾ ਹੰਕਾਰ ਦੇ ਵਿੱਚ ਹੋਵੇ ਪੈਸੇ ਦੇ, ਉੱਥੇ ਮੈਂ ਨਹੀਂ ਕਰੂੰਗਾ। ਤਾਂ ਉਹਨੂੰ ਕੀ ਚੜ ਗਿਆ ਜੀ ਗੁੱਸਾ, ਉਹਨੇ ਕੀ ਕੀਤਾ, ਕਿਉਂਕਿ ਧਰਮ ਪ੍ਰਤੀ ਉਹ ਕੱਟੜ ਸੀਗਾ, ਉਹਨੇ ਕੀ ਕੀਤਾ, ਇਹਨਾਂ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਇਹਨਾਂ ਦੇ ਉੱਤੇ ਰੇਤ ਜਿਹੜੀ ਬਾਲੂ ਰੇਤ ਹੁੰਦੀ ਆ, ਬਹੁਤ ਗਰਮ ਰੇਤ ਹੁੰਦੀ ਆ, ਉਹ ਭੋਕੀ ਗਈ, ਠੀਕ ਹੈ, ਇਹਨਾਂ ਦੇ ਉੱਤੇ ਸਿੱਟੀ ਗਈ। ਕਿਉਂ ਕਹਿੰਦੇ ਨੇ ਕਿ ਜਿਹੜਾ ਉਹਨੇ ਕਿਤੋਂ ਸੁਣਿਆ ਹੋਇਆ ਸੀ ਕਿ ਇਹ ਇੱਕ ਰੱਬੀ ਆਤਮਾ ਹੈ, ਤਾਂ ਸਭ ਨੂੰ ਪਤਾ ਸੀ ਰੱਬੀ ਆਤਮਾ ਹੈ, ਵੀ ਜੇ ਇਹਦੀ ਕਿਤੇ ਵੀ ਇੱਕ ਬੂੰਦ ਧਰਤੀ ਤੇ ਡਿੱਗ ਵੀ ਗਈ, ਕਿਉਂਕਿ ਉਹਦੇ ਨਾਲ ਕੀ ਹੋਊਗਾ, ਜਦੋਂ ਅੱਗ ਬਲਦੀ ਹੈ ਉੱਤੋਂ ਰੇਤਾ ਆਉਂਦਾ ਤਾਂ ਸਰੀਰ ਦਾ ਸਾਰਾ ਖੂਨ ਕਿਹਦਾ ਸੁੱਕ ਜਾਂਦਾ, ਤਾਂ ਉਹ ਥੱਲੇ ਡਿੱਗਦਾ। ਤਾਂ ਵੀ ਜੇ ਇਸ ਰੱਬੀ ਆਤਮਾ ਦੀ ਕੋਈ ਵੀ ਬੂੰਦ ਥੱਲੇ ਡਿੱਗੀ ਤਾਂ ਸਾਡੇ ਕੁਲ ਦਾ ਅੱਗੇ ਜਾ ਕੇ ਇਹਨਾਂ ਦਾ ਕੁਲ ਕੀ ਕਰ ਦੂ, ਖਾਤਮਾ ਕਰ ਦੂ। ਤਾਂ ਕਰਕੇ ਉਹਨੇ ਇਹ ਹੱਥਕੰਡਾ ਅਪਣਾਇਆ ਸੀਗਾ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਇਹ ਸਾਰਾ ਕੁਝ ਰਾਵੀ ਦੇ ਕੰਢੇ ਹੋਇਆ, ਠੀਕ ਹੈ। ਤਾਂ ਰਾਵੀ ਦੇ ਕੰਢੇ ਜੋ ਡੇਰਾ ਸਾਹਿਬ ਹੈ ਇਸ ਟਾਈਮ ਉਹ ਗੁਰਦੁਆਰਾ ਹੈ। ਤਾਂ ਕਹਿੰਦੇ ਨੇ ਸਿੱਖਾਂ ਦਾ ਜਿਹੜੀ ਧਾਰਮਿਕ ਪੁਸਤਕ ਹੈ ਉਹ ਕਿਹੜੀ ਹੈ, ਆਦਿ ਗ੍ਰੰਥ ਸਾਹਿਬ। ਜਿਹੜਾ ਕੇਂਦਰੀ ਧਾਰਮਿਕ ਗੁਰਦੁਆਰਾ ਹੈ ਉਹ ਕਿਹੜਾ ਹੋਇਆ, ਹਰਮੰਦਰ ਸਾਹਿਬ, ਠੀਕ ਹੈ। ਤੇ ਜਿਹੜੀ ਜਹਾਂਗੀਰ ਦੀ ਆਤਮ ਕਥਾ ਹੈ ਉਹ ਹੈ ਤੁਜ਼ੂਕੀ ਜਹਾਂਗੀਰ। ਉਹਦੇ ਵਿੱਚ ਇਹਨਾਂ ਨੇ ਗੁਰੂ ਸਾਹਿਬਾਨ ਬਾਰੇ ਬਹੁਤ ਮਾੜਾ ਚੰਗਾ ਬੋਲਿਆ। ਇਹਨਾਂ ਦੀ ਸ਼ਹੀਦੀ ਕਦੋਂ ਦਿੱਤੀ ਗਈ, 30 ਮਈ 1606 ਨੂੰ ਲਾਹੌਰ ਦੇ ਵਿੱਚ ਤੱਤੀ ਤਵੀ ਤੇ ਬਿਠਾ ਕੇ ਉੱਪਰੋਂ ਬਲਦੀ ਰੇਤ ਪਾਈ ਗਈ, ਠੀਕ ਹੈ ਜੀ। ਸੋ ਇਹਨਾਂ ਨੇ ਇੱਕ ਬਾਉਲੀ ਦਾ ਨਿਰਮਾਣ ਵੀ ਕਰਾਇਆ, ਠੀਕ ਹੈ, ਕਿੱਥੇ, ਲਾਹੌਰ ਦੇ ਵਿੱਚ। ਲਾਹੌਰ ਦੀ ਬਾਉਲੀ ਜਿਹੜੀ ਕੀ ਹੈ, ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਹੈ, ਇਹ ਵੀ ਪੇਪਰ ਆ ਜਾਂਦਾ ਹੈ। ਰਾਗ ਜੈਜਾਵੰਤੀ ਦੇ ਵਿੱਚ ਇਹਨਾਂ ਨੇ ਕੋਈ ਵੀ ਰਚਨਾ ਨਹੀਂ ਕੀਤੀ, 30 ਰਾਗਾਂ ਦੇ ਵਿੱਚ ਕੀਤੀ। 31ਵਾਂ ਰਾਗ ਕਿਹੜਾ ਸੀ, ਜੈਜਾਵੰਤੀ। ਉਸ ਤੋਂ ਬਾਅਦ 6 12 ਲਿਖਿਆ ਇਹਨਾਂ ਨੇ, ਕਿਹੜੇ ਕਿਹੜੇ ਰਾਗਾਂ ਦੇ ਵਿੱਚ, ਗੌੜੀ ਰਾਗ, ਗੁਜਰੀ ਰਾਗ, ਮਾਰੂ ਰਾਗ, ਜੈਤਸਰੀ ਰਾਗ, ਰਾਮਕਲੀ ਰਾਗ ਤੇ ਬਸੰਤ ਰਾਗ। ਪੇਪਰ 'ਚ ਆਉਂਦਾ ਹੈ ਕਿ ਸਭ ਤੋਂ ਛੋਟੀ ਵਾਰ ਕਿਹੜੀ ਹੈ, ਸਭ ਤੋਂ ਛੋਟੀ ਵਾਰ ਕਿਹੜੀ ਹੈ, ਤਾਂ ਉਹ ਜਿਹੜੀ ਬਸੰਤ ਰਾਗ ਦੇ ਵਿੱਚ ਲਿਖੀ ਗਈ ਵਾਰ ਹੈ, ਉਹ ਸਭ ਤੋਂ ਛੋਟੀ ਵਾਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹਨਾਂ ਨੇ ਜਦੋਂ ਸ਼ਹੀਦ ਕੀਤਾ ਗਿਆ ਤੱਤੀ ਤਵੀ ਦੇ ਉੱਤੇ, ਤਾਂ ਇਹਨਾਂ ਦੇ ਆਖਰੀ ਬੋਲ ਕੀ ਸੀ, ਤੇਰਾ ਕੀਆ ਮਿੱਠਾ ਲੱਗੇ, ਮਤਲਬ ਤੂੰ ਜੋ ਵੀ ਕਰਦਾ ਉਹ ਸਭ ਸਿਰ ਮੱਥੇ ਤੇ ਹੈ, ਵੀ ਸਾਨੂੰ ਕੋਈ 1% ਵੀ ਸ਼ਿਕਾਇਤ ਨਹੀਂ ਹੈਗੀ, ਠੀਕ ਹੈ। ਇਹਨਾਂ ਨੇ ਵਡਾਲੀ ਇੱਕ ਸ਼ਹਿਰ ਹੈ, ਉਹ ਪਿੰਡ ਹੈ ਵਡਾਲੀ। ਵਡਾਲੀ ਦੇ ਵਿੱਚ ਇਹਨਾਂ ਨੇ ਕੀ ਬਣਾਇਆ, ਛੇਹਾਟਾ ਬਣਵਾਇਆ, ਠੀਕ ਹੈ। ਛੇਹਾਟਾ ਮਤਲਬ, ਹਾਟ ਦਾ ਮਤਲਬ ਕੀ ਹੁੰਦਾ, ਜਿਵੇਂ ਆਪਾਂ ਪਾਣੀ ਖਿੱਚਦੇ ਆ ਨਾ, 6 ਚੱਕੇ, ਹਾਟ ਦਾ ਮਤਲਬ ਕੀ ਹੁੰਦਾ, ਚੱਕੇ। ਤਾਂ 6 ਚੱਕਿਆਂ ਵਾਲਾ ਕੀ ਬਣਾਇਆ, ਖੂਹ ਬਣਵਾਇਆ। ਚੱਕੇ ਮਤਲਬ 20, 6 ਚੱਕਿਆਂ ਵਾਲਾ ਇਹਨਾਂ ਨੇ ਕੀ ਬਣਵਾਇਆ, ਖੂਹ ਬਣਵਾਇਆ, ਠੀਕ ਹੈ ਜੀ। ਤਾਂ ਇਹਨਾਂ ਕੋਲੇ ਉਹ ਆਇਆ ਸੀ ਜੀ ਸ਼ਾਹ ਹੁਸੈਨ, ਠੀਕ ਹੈ। ਜੇ ਤੁਸੀਂ ਵੀਡੀਓ ਦੇਖੀ ਹੋਣੀ ਮੇਰੀ, ਤਾਂ ਸ਼ਾਹ ਹੁਸੈਨ ਇਹਨਾਂ ਕੋਲੇ ਪੀਲੂ ਦੀ ਤੇ ਕਾਨਾ ਦੀ ਰਚਨਾਵਾਂ ਲੈ ਕੇ ਆਇਆ ਕਿ ਇਹਨਾਂ ਰਚਨਾਵਾਂ ਨੂੰ ਤੁਸੀਂ ਆਪਣੇ ਜੋ ਗ੍ਰੰਥ ਲਿਖ ਰਹੇ ਹੋ ਉਹਦੇ ਵਿੱਚ ਸ਼ਾਮਿਲ ਕਰ ਲਓ। ਪਰ ਇਹਨਾਂ ਨੇ ਇਹ ਕਹਿ ਕੇ ਨਾ ਕਰਤੀ ਕਿ ਜੋ ਮੇਰਾ ਮਤਲਬ ਮੈਂ ਜੋ ਲਿਖਿਆ ਇੱਕ ਤਾਂ ਉਹ ਰੱਬ ਦੇ ਹੁਕਮ ਦੇ ਅਨੁਸਾਰ ਹੈ, ਇੱਕੋ ਇਸ਼ਕ ਹਕੀਕੀ ਹੈ, ਪਰ ਤੁਸੀਂ ਕੀ ਲਿਖਦੇ ਹੋ, ਇਸ਼ਕ ਮਜਾਜੀ, ਤਾਂ ਕਰਕੇ ਮੈਂ ਇਹ ਲਿਖ ਨਹੀਂ ਸਕਦਾ। ਤਾਂ ਉਹਨਾਂ ਨੂੰ ਨਾ ਕਰਤੀ ਸੀ। ਇਹਨਾਂ ਨੇ ਇੱਕ ਹੋਰ ਸ਼ਹਿਰ ਵਸਾਇਆ, ਕਰਤਾਰਪੁਰ, ਜਿਹੜਾ ਕੀ ਹੈ ਜਲੰਧਰ ਦੇ ਵਿੱਚ ਹੈ। ਇੱਕ ਤਾਂ ਕਰਤਾਰਪੁਰ ਸਾਹਿਬ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਸੀ, ਠੀਕ ਹੈ, ਪਰ ਇੱਕ ਇਹ ਕਰਤਾਰਪੁਰ ਹੈ ਜਿਹੜਾ ਜਲੰਧਰ ਦੇ ਕੋਲੇ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇੱਥੇ ਤੱਕ ਦਾ ਲੈਕਚਰ ਪਸੰਦ ਆਇਆ ਹੋਊਗਾ। ਜੇ ਲੈਕਚਰ ਨੂੰ ਪਸੰਦ ਆਇਆ, ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸੋ ਅੱਜ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਥੋੜਾ ਜਿਹਾ ਪਿੱਛੇ ਵਾਲਾ ਬੈਕਗ੍ਰਾਉਂਡ ਠੀਕ ਕੀਤਾ। ਇਹ ਵੀ ਚੀਜ਼ ਦੱਸ ਦਿਓ ਵੀ ਠੀਕ ਲੱਗੇ ਕਿ ਨਹੀਂ। ਥੈਂਕ ਯੂ ਵੈਰੀ ਮਚ।